साहिब जी। तुमरी शरण तुम्हारी आशा, तुम ही सजन सुहेले। राखो राखण हार दयाला, नानक कर के गोले। सतनाम धन वाहिगुरु जी। गौड़ी महला नौवां। साधो राम शरण विसरामा, वेद पुराण पढ़े को एह गुण। सिमरे हर को नामा, साधो राम शरण विसरामा, वेद पुराण पढ़े को एह गुण। सिमरे हर को नामा। रहाउ लोभ मोह माया ममता फुन, ओ विखयन की सेवा। हरख सोग परसै जे नाहन, सो मूरत है देवा। सुरग नरक अमृत विख ए, सब तो कंचन अर पैसा। उस्तत निंदा एह सम जाकै, लोभ मोह हुन तैसा। दुख सुख ए बाधे जे नाहन, तेह तुम जानो ज्ञानी। नानक मुक्त ताहे तुम मानो, एह विद को जो प्राणी। दुख सुख ए बाधे जे नाहन, तेह तुम जानो ज्ञानी। नानक मुकत ताहे तुम मानो, एह विद को जो प्राणी। वाहिगुरु जी का खालसा, वाहिगुरु जी की फतेह। धन धन श्री गुरु ग्रंथ साहब महाराज जी दी पावन पवित्र पाक हजूरी दे विच जुड़ बैठे सतसंगी जनों, गुरु तेग बहादुर महाराज नौवें सतगुरु, जिन्हां दा पावन प्रकाश पुरब 1 मई नूं आ रहा है। ये 400 साला प्रकाश पुरब है महाराज जी का। उसनूं समर्पित गुरु तेग बहादुर महाराज की जो अमृत बाणी है, उसकी लड़ीवार विचार आरंभ की है। हुण तक सतगुरु जी की उचारण की हुई बाणी दे 6 शब्द असी सरवण कीते, उन्हां दी विचार सरवण की। अज ये 7वां शब्द है। गौड़ी महला नौवां। साधु राम शरण विश्रामा, वेद पुराण पढ़े को एह गुण। सिमरे हर को नामा रहाओ। सो आओ ये पावन शब्द 220 अंक दे उत्ते दर्ज है। गौड़ी राग दे विच है। इस शब्द की विचार करन तो पहला मनोवृत्तियां एकाग्र करो जी। प्रेम सहित सतगुरां दे चरनां विच लवाओ हाजरियां। फतेह दी सांझ करो आखो जी। वाहिगुरु जी का खालसा, वाहिगुरु जी की फतेह। गुरु साहब आख रहे हैं, साधो राम शरण विश्रामा। साधो का अर्थ है हे संत जनों, हे साधना करन वाले मनुखो।
ਕੀ ਆਖ ਰਹੇ ਨੇ ਉਹਨਾਂ ਨੂੰ ਸਤਿਗੁਰੂ? ਕਹਿੰਦੇ ਰਾਮ ਸਰਨ ਵਿਸਰਾਮਾ, ਪਰਮਾਤਮਾ ਦੀ ਸਰਨ ਵਿੱਚ ਪਿਆ ਹੀ ਵਿਕਾਰਾਂ ਵਿੱਚ ਭਟਕਣ ਵੱਲੋਂ ਸ਼ਾਂਤੀ ਮਿਲਦੀ ਹੈ। ਕਿਉਂਕਿ ਜਦੋਂ ਤੱਕ ਅਸੀਂ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਪੈਂਦੇ, ਅਸੀਂ ਵਿਕਾਰਾਂ ਵਿੱਚ ਹੀ ਭਟਕਦੇ ਰਹਿੰਦੇ ਹਾਂ, ਵਿਕਾਰਾਂ ਦੇ ਪਿੱਛੇ ਲੱਗੇ ਰਹਿੰਦੇ ਹਾਂ। ਪਰ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਫਿਰ ਅਸੀਂ ਵਿਕਾਰਾਂ ਤੋਂ ਭਟਕਣ ਤੋਂ ਬਚ ਜਾਂਦੇ ਹਾਂ। ਨਹੀਂ ਤਾਂ ਇਹ ਜਿਹੜੇ ਵਿਕਾਰ ਨੇ ਹਰ ਇੱਕ ਪ੍ਰਾਣੀ ਨੂੰ ਭਟਕਾ ਰਹੇ ਹਨ। ਇੱਥੇ ਤੱਕ ਸਤਿਗੁਰੂ ਨੇ ਲਿਖਿਆ ਕਿ ਨਾਥ ਕਛੂ ਨਾ ਜਾਨੂ, ਮਨ ਮਾਇਆ ਕੈ ਹਾਥ ਵਿਕਾਨੂ, ਤੁਮ ਕਹੀਅਤ ਜਗਤ ਗੁਰ ਸੁਆਮੀ, ਹਮ ਕਹੀਅਤ ਕਲਯੁਗ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ। ਇਹਨਾਂ ਪੰਜਾਂ ਨੇ ਸਤਿਗੁਰੂ ਕਹਿੰਦੇ ਮੇਰੇ ਮਨ ਨੂੰ ਵਿਗਾੜ ਕੇ ਰੱਖਿਆ ਹੋਇਆ। ਕਿਉਂਕਿ ਮਨ ਵਿਗੜਦਾ ਹੈ, ਮਨ ਭਟਕਣਾ ਵਾਲੇ ਪਾਸੇ ਜਾਂਦਾ ਹੈ, ਮਨੋਂ ਭਟਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਵੀ ਇਹ ਸੰਤ ਜਨੋ ਪਰਮਾਤਮਾ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ, ਉਹ ਵਿਕਾਰਾਂ ਵਿੱਚ ਭਟਕਣ ਵੱਲੋਂ ਰੁਕ ਜਾਂਦੇ ਹਨ। ਭਾਵ ਕਿ ਉਹਨਾਂ ਨੂੰ ਇਸ ਪਾਸਿਓਂ ਸ਼ਾਂਤੀ ਪ੍ਰਾਪਤ ਹੋ ਜਾਂਦੀ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ। ਉਹ ਅੰਦਰੋਂ ਸ਼ਾਂਤ ਹੋ ਜਾਂਦੇ ਹਨ, ਅੰਦਰੋਂ ਟਿਕ ਜਾਂਦੇ ਹਨ। ਫਿਰ ਕਹਿ ਰਹੇ ਨੇ ਅਗਲੇ ਬਚਨ, ਵੇਦ ਪੁਰਾਨ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ। ਮਹਾਰਾਜ ਕਹਿੰਦੇ ਨੇ ਵੇਦ ਪੁਰਾਣ ਆਤਮਿਕ ਜਿਹੜੇ ਧਾਰਮਿਕ ਗ੍ਰੰਥ ਨੇ ਜਾਂ ਪੁਸਤਕਾਂ ਨੇ, ਉਹਨਾਂ ਦੇ ਪੜ੍ਹਨ ਦਾ ਇਹੀ ਲਾਭ ਹੋਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਾ ਰਹੇ, ਫਿਰ ਤੇ ਲਾਭ ਹੈ। ਵੇਦ ਪੜ੍ਹਦੇ ਹਾਂ, ਪਾਠ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਜੇ ਅਸੀਂ ਉਹਨੂੰ ਪੜ੍ਹ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਾਂ, ਜਿਸ ਤਰ੍ਹਾਂ ਕਹਿ ਲਵਾਂ ਕਿ ਸਾਰੇ ਧਰਮ ਗ੍ਰੰਥ ਜਾਂ ਬਾਣੀ ਸਾਨੂੰ ਪਰਮਾਤਮਾ ਦੇ ਸਿਮਰਨ ਵਾਲੇ ਪਾਸੇ ਪ੍ਰੇਰਨਾ ਕਰਦੀ ਵੀ ਰੱਬ ਨੂੰ ਸਿਮਰੋ, ਪਰਮਾਤਮਾ ਨੂੰ ਯਾਦ ਕਰੋ, ਹਰ ਵੇਲੇ ਉਸਨੂੰ ਚੇਤੇ ਰੱਖੋ। ਸਾਰੀ ਬਾਣੀ ਦੇ ਵਿਚਾਰ ਦਾ ਜੋ ਨਿਚੋੜ ਹੈ ਉਹ ਇਹੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ, ਉਹਨੂੰ ਯਾਦ ਕਰੋ, ਕਿਉਂਕਿ ਉਹਨੂੰ ਸਿਮਰਨ ਨਾਲ ਸਾਡੇ ਮਸਲੇ ਹੱਲ ਹੋਣੇ ਨੇ। ਉਸਨੂੰ ਮਹਾਰਾਜ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜੇ ਸਿਮਰਾਂਗੇ ਤੇ ਕਲ ਕਲੇ ਸਾਡੇ ਦੂਰ ਹੋ ਜਾਣਗੇ। ਧਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਹੋਰ ਇਹੀ ਬਚਨ ਕੀਤੇ। ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਮਹਾਰਾਜ ਕਹਿੰਦੇ ਉਸਨੂੰ ਸਵਾਸ ਸਵਾਸ ਸੰਭਾਲੋ। ਇਹ ਲੋਕ ਪਰਲੋਕ ਸੰਗ ਸਹਾਈ ਜਤਕਤ ਮੋਹਿ ਰਖਵਾਲੇ। ਭਾਵ ਕਿ ਜੇ ਅਸੀਂ ਸਿਮਰਾਂਗੇ ਤਾਂ ਇਸ ਲੋਕ ਤੇ ਪਰਲੋਕ ਦੇ ਵਿੱਚ ਜਿੱਥੇ ਕਿੱਥੇ ਵੀ ਅਸੀਂ ਜਾਵਾਂਗੇ, ਉਹ ਪਰਮਾਤਮਾ ਸਾਡੀ ਰੱਖਿਆ ਕਰੇਗਾ, ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਕਿਰਪਾ ਕਰੇਗਾ। ਮਹਾਰਾਜ ਕਹਿੰਦੇ ਨੇ ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਰ ਨਾ ਸਾਕੇ ਜਾਲੇ, ਨਿਰਤਨ ਕੋ ਧਨ ਨਾਮ ਹੈ ਕੀ ਚੀਜ਼। ਨਿਰਤਨ ਦਾ ਅਰਥ ਹੈ ਗਰੀਬ ਵਾਸਤੇ ਜਿਵੇਂ ਧਨ ਮਿਲ ਜਾਏ, ਨਿਰਤਨ ਕੋ ਧਨ ਅੰਧਲੇ ਕੋ ਟਿਕ, ਜਿਵੇਂ ਕਿਸੇ ਕੋਲ ਅੱਖਾਂ ਨਹੀਂ ਹਨ ਉਹਨਾਂ ਨੂੰ ਸੋਟੀ ਮਿਲ ਜਾਏ। ਨਿਰਤਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਜਿਵੇਂ ਬੱਚਾ ਹੈ ਨਵ ਜੰਮਿਆ, ਜਿਵੇਂ ਉਸਨੂੰ ਮਾਂ ਦਾ ਦੁੱਧ ਮਿਲ ਜਾਂਦਾ ਹੈ ਤੇ ਉਹ ਪ੍ਰਸੰਨ ਹੋ ਜਾਂਦਾ, ਉਹਦੀ ਗਰੋਥ ਹੋ ਜਾਂਦੀ, ਉਹਦਾ ਆਸਰਾ ਬੱਚੇ ਦਾ ਮਾਂ ਦਾ ਦੁੱਧ। ਮਹਾਰਾਜ ਕਹਿੰਦੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਇਸ ਤਰ੍ਹਾਂ ਹੀ ਸਾਡੇ ਸਾਗਰ ਦੇ ਵਿੱਚ ਉਹ ਬੋਹਿਤ ਜਹਾਜ਼ ਹੈ। ਹੇ ਪ੍ਰਮਾਤਮਾ ਕਿਰਪਾ ਕਰੇ ਸਾਡੇ ਉੱਤੇ ਵੀ, ਜਿਵੇਂ ਬੱਚੇ ਵਾਸਤੇ ਦੁੱਧ ਹੈ, ਗਰੀਬ ਵਾਸਤੇ ਜਿਵੇਂ ਧਨ ਹੈ, ਅੰਨੇ ਮਨੁੱਖ ਵਾਸਤੇ ਜਿਵੇਂ ਡੰਗੋਰੀ ਸੋਟੀ, ਇਸ ਤਰ੍ਹਾਂ ਸਾਡੇ ਵਾਸਤੇ ਤੇਰਾ ਨਾਮ ਹੀ ਸਭ ਕੁਝ ਹੈ। ਜੇ ਅਸੀਂ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ, ਫਿਰ ਤਾਂ ਲਾਭ ਹੈ ਕਿ ਜੇ ਅਸੀਂ ਪਰਮਾਤਮਾ ਦਾ ਨਾਮ ਸਿਮਰਦੇ ਹਾਂ। ਜੇ ਧਾਰਮਿਕ ਗ੍ਰੰਥ ਪੜ੍ਹ ਕੇ ਵਾਦ ਵਿਵਾਦ ਹੀ ਕਰਨੇ ਨੇ, ਝਗੜੇ ਹੀ ਕਰਨੇ ਨੇ, ਜਾਂ ਆਪਣੇ ਗਿਆਨ ਨੂੰ ਲੋਕਾਂ ਦੇ ਵਿੱਚ ਕਰਨਾ ਵੀ ਸਾਨੂੰ ਬੜਾ ਗਿਆਨ ਹੈ, ਸਾਨੂੰ ਸਮਝ ਹੈ, ਤਾਂ ਉਸਦਾ ਕੋਈ ਲਾਭ ਨਹੀਂ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀਨਗਰ ਔਰ ਜੰਮੂ ਦੇ ਇਲਾਕੇ 'ਚ ਵਿਚਰ ਰਹੇ ਸਨ, ਉਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਪੰਡਤ ਮਿਲਿਆ ਸੀ ਬ੍ਰਹਮਦਾਸ। ਇਹ ਉਹ ਪੰਡਤ ਸੀ ਜਿਸਨੂੰ ਬਹੁਤ ਸਾਰੇ ਗ੍ਰੰਥਾਂ ਦਾ ਗਿਆਨ ਸੀ। ਧਾਰਮਿਕ ਗ੍ਰੰਥਾਂ ਦੇ ਗੱਡੇ ਦੇ ਗੱਡੇ ਲੱਦੇ ਹੋਏ ਸਨ, ਕਿਉਂਕਿ ਇਹ ਲੋਕਾਂ ਨਾਲ ਚਰਚਾ ਕਰਦਾ ਸੀ। ਔਰ ਇਹਦੀ ਇੱਕ ਸ਼ਰਤ ਹੁੰਦੀ ਸੀ, ਜੇ ਮੈਂ ਤੁਹਾਨੂੰ ਵਿਚਾਰਾਂ ਵਿੱਚ ਹਰਾ ਦਿੱਤਾ ਤੇ ਤੁਹਾਡੇ ਜਿਤਨੇ ਵੀ ਗ੍ਰੰਥ ਨੇ ਉਹ ਮੈਨੂੰ ਦੇਣੇ ਪੈਣੇ ਨੇ। ਜੇ ਮੈਂ ਹਾਰ ਗਿਆ ਤੇ ਮੇਰੇ ਜਿਤਨੇ ਧਰਮ ਗ੍ਰੰਥ ਨੇ ਇਹ ਸਾਰੇ ਤੁਹਾਨੂੰ ਦੇ ਦਿੱਤੇ ਜਾਣਗੇ।
ਉਹ ਕਿਸੇ ਵੀ ਨਾਲ ਧਰਮ ਚਰਚਾ ਵਿੱਚ ਹਾਰਦਾ ਨਹੀਂ ਸੀ, ਸਭ ਨੂੰ ਹਰਾ ਦਿੰਦਾ ਸੀ। ਤੇ ਉਹਨਾਂ ਦੇ ਸਾਰੇ ਧਰਮ ਗ੍ਰੰਥ ਲੈ ਕੇ ਗੱਡੇ ਭਰ ਭਰ ਕੇ ਘੁੰਮਦਾ ਸੀ, ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਪਾਉਂਦਾ ਸੀ। ਅੱਜ ਗੁਰੂ ਨਾਨਕ ਪਾਤਸ਼ਾਹ ਟੱਕਰ ਗਏ ਉਹਨੂੰ। ਗੁਰੂ ਨਾਨਕ ਪਾਤਸ਼ਾਹ ਗਏ, ਗੁਰੂ ਸਾਹਿਬ ਜੀ ਨੇ ਉਸਦਾ ਅਹੰਕਾਰ ਹੀ ਦੂਰ ਕਰਨਾ ਸੀ। ਤੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਵੀ ਜੇ ਤੁਸੀਂ ਅਵਤਾਰ ਹੋ ਔਰ ਸੰਸਾਰ ਦੇ ਉਧਾਰ ਵਾਸਤੇ ਆਏ ਹੋ ਤਾਂ ਮੇਰੇ ਨਾਲ ਚਰਚਾ ਕਰੋ, ਮੇਰੇ ਨਾਲ ਵਿਚਾਰ ਕਰੋ। ਤੇ ਗੁਰੂ ਸਾਹਿਬ ਜੀ ਦਾ ਇੱਕ ਤਰੀਕਾ ਸੀ ਵੀ ਕਿਸੇ ਨਾਲ ਬਹਿਸ ਨਹੀਂ ਸੀ ਕਰਦੇ ਗੁਰੂ ਸਾਹਿਬ। ਉਹਨਾਂ ਨੇ ਭਾਈ ਮਰਦਾਨੇ ਨੂੰ ਕਿਹਾ ਵੀ ਰਵਾਬ ਛੇੜ ਬਾਣੀ ਆਈ ਹੈ। ਪਹਿਲਾਂ ਸਤਿਗੁਰੂ ਬਾਣੀ ਗਾਉਂਦੇ ਸਨ, ਕਿਸੇ ਨੂੰ ਸਮਝਾਉਣਾ ਹੈ ਨਾ, ਵਿਚਾਰ ਚਰਚਾ ਬਾਅਦ ਦੀ ਗੱਲ ਹੈ। ਪਹਿਲਾਂ ਬਾਣੀ ਜਿਹੜੀ ਆਉਂਦੀ ਸੀ, ਸਤਿਗੁਰੂ ਨੇ ਉਹ ਬਾਣੀ ਉਚਾਰਨ ਕੀਤੀ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਐ ਸਾਧ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਮਾਸ, ਪੜੀਆਂ ਜੇਤੇ ਵਰਸ ਵਸ, ਪੜੀਆਂ ਜੇਤੇ ਮਾਸ। ਮਹਾਰਾਜ ਨੇ ਸਾਰਾ ਇੱਕ ਸੀਨ ਖਿੱਚ ਦਿੱਤਾ ਵੀ ਤੇਰੇ ਕੋਲ ਜਿਹੜੇ ਧਰਮ ਗ੍ਰੰਥ ਨੇ, ਤੂੰ ਗੱਡੇ ਲੱਦੇ ਹੋਏ ਨੇ, ਤੂੰ ਦਿਨ ਰਾਤ ਪੜ੍ਹਦਾ ਰਹਿੰਦਾ, ਸਾਰਾ ਕੁਝ ਕਰਦਾ। ਪਰ ਇਹ ਗੱਲ ਯਾਦ ਰੱਖੀ, ਨਾਨਕ ਆਖੈ ਇੱਕ ਗੱਲ ਹੋਰ ਹੋ ਮੈਂ ਝਕਣਾ ਚਾਹ। ਨਾਨਕ ਇੱਕੋ ਹੀ ਗੱਲ ਆਖਦਾ, ਜੇ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਭਾਈ ਰੱਬ ਚੇਤੇ ਆਉਂਦਾ ਫਿਰ ਤੇ ਠੀਕ ਹੈ, ਨਹੀਂ ਤਾਂ ਇਹ ਗ੍ਰੰਥ ਪੜ੍ਹਨੇ ਵਿੱਚ ਝੱਕ ਮਾਰਨੀ, ਹੋਰ ਕੁਝ ਵੀ ਨਹੀਂ। ਜੇ ਇਹਨਾਂ ਨੂੰ ਪੜ੍ਹ ਕੇ ਵੀ ਰੱਬ ਚੇਤੇ ਨਹੀਂ ਆਇਆ। ਇਸ ਨੂੰ ਕਬੀਰ ਸਾਹਿਬ ਜੀ ਨੇ ਬੜੇ ਸੋਹਣੇ ਅੰਦਾਜ਼ ਵਿੱਚ ਲਿਖਿਆ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕੀ ਪੜ੍ਹੀਏ ਕੀ ਗੁਣ ਗੁਨਾਈਏ, ਔਰ ਵੇਦ ਪੁਰਾਣ ਪੜ੍ਹ ਕੇ ਕੀ ਲਾਭ, ਜੇ ਉਹਨਾਂ ਦੇ ਪੜ੍ਹਨ ਤੋਂ ਬਾਅਦ ਵੀ ਅਕਾਲ ਪੁਰਖ ਵਾਹਿਗੁਰੂ ਦੀ ਸਹਿਜ ਸੁਭਾਵਕ ਪ੍ਰਾਪਤੀ ਨਹੀਂ ਹੋਈ, ਫਿਰ ਤਾਂ ਕੋਈ ਲਾਭ ਨਹੀਂ। ਧਰਮ ਗ੍ਰੰਥ ਪੜ੍ਹਨ ਦਾ ਅਰਥ ਤਾਂ ਇਹ ਵੀ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਏ, ਸੱਚ ਦੀ ਪ੍ਰਾਪਤੀ ਹੋ ਜਾਏ, ਸਾਨੂੰ ਸੱਚਾ ਮਾਰਗ ਮਿਲ ਜਾਏ। ਪਰ ਸਾਧੂ ਕਹਿੰਦੇ ਐਸਾ ਤੇ ਹੋਇਆ ਨਹੀਂ। ਇੱਥੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ, ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਆਓ ਕਿ ਵੇਦ ਪੁਰਾਣ ਧਾਰਮਿਕ ਪੁਸਤਕਾਂ ਪੜ੍ਹਨ ਦਾ ਇਹ ਲਾਭ ਹੈ, ਇਹ ਗੁਣ ਹੈ। ਸਿਮਰੇ ਹਰ ਕੋ ਨਾਮਾ, ਕਿ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਰਹੇ। ਆਓ ਕਿ ਇਹਨਾਂ ਦੇ ਆਸਰੇ ਪਰਮਾਤਮਾ ਨੂੰ ਚੇਤਾ ਕਰਦੇ ਰਹੇ। ਜੇ ਨਹੀਂ ਕਰਦਾ ਫਿਰ ਇਹਨਾਂ ਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਤਾਂ ਕਬੀਰ ਸਾਹਿਬ ਨੇ ਕਿਹਾ ਕਿ ਪੰਡਿਆ ਕਵਨ ਕੁਮਤ ਤੁਮ ਲਾਗੇ। ਹੇ ਪੰਡਤ ਜੀ, ਤੁਸੀਂ ਕਿਹੜੀ ਭੈੜੀ ਮਤ ਲੈ ਲਈ, ਕਿਹੜੇ ਰਸਤੇ ਤੇ ਤੁਰ ਪਏ। ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਗਲ ਸਿਓ, ਰਾਮ ਨਾ ਜਪੋ ਭਾਗੇ। ਤੁਸੀਂ ਰਾਮ ਨੂੰ ਤੇ ਜਪਦੇ ਹੀ ਨਹੀਂ, ਬਸ ਗ੍ਰੰਥਾਂ ਦਾ ਹੰਕਾਰ ਚੱਕੀ ਫਿਰਦੇ ਹੋ। ਇੱਥੇ ਤੱਕ ਸਤਿਗੁਰੂ ਨੇ ਕਿਹਾ ਤੇ ਕਬੀਰ ਸਾਹਿਬ ਨੇ ਵੀ ਕਿਹਾ, ਪੰਡਤ ਜੀ ਵੀ ਤੁਸੀਂ ਧਾਰਮਿਕ ਗ੍ਰੰਥ ਜਿਹੜੇ ਨੇ ਇਹਨਾਂ ਵਿੱਚ ਉਲਝ ਕੇ ਰਹਿ ਗਏ ਹੋ, ਇਹਨਾਂ ਨੂੰ ਪੜ੍ਹਨ ਦਾ ਲਾਭ ਕੀ ਹੋਇਆ। ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਸੱਚ ਦੀ ਪ੍ਰਾਪਤੀ ਨਹੀਂ ਹੋਈ, ਤੁਸੀਂ ਪਰਿਵਾਰ ਸਹਿਤ ਡੁੱਬ ਜਾਓਗੇ, ਲਾਭ ਕੁਝ ਨਹੀਂ ਹੋਣਾ ਤੁਹਾਨੂੰ। ਤੁਹਾਡੀ ਹਾਲਤ ਤਾਂ ਐਸੀ ਹੈ ਕਿ ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦ ਦਈਏ ਨਾ ਤੇ ਉਹਨੂੰ ਚੰਦਨ ਦੀ ਸਾਰ ਨਹੀਂ ਹੁੰਦੀ, ਇਸ ਤਰ੍ਹਾਂ ਤੁਹਾਡੀ ਹਾਲਤ ਹੈ। ਇਹਨਾਂ ਤੋਂ ਤੇ ਰੱਬ ਦੀ ਪ੍ਰਾਪਤੀ ਹੋਣੀ ਸੀ ਗ੍ਰੰਥ ਪੜ੍ਹ ਕੇ ਤਾਂ, ਪਰ ਤੁਹਾਡੇ ਉੱਤੇ ਤਾਂ ਭਾਰ ਦੀ ਨਹੀਂ ਆਈ ਹੈ। ਹੋਰ ਉਸ ਤੋਂ ਅੱਗੇ ਤੁਸੀਂ ਸਮਝ ਤਾਂ ਲਈ ਨਹੀਂ ਗ੍ਰੰਥਾਂ ਤੋਂ। ਜੇ ਗ੍ਰੰਥਾਂ ਤੋਂ ਗਿਆਨ ਲੈ ਕੇ ਜੀਵਨ 'ਚ ਨਾ ਉਤਾਰਿਆ ਜਾਏ, ਗੁਸਤਾਖੀ ਮਾਫ ਕਰਨਾ, ਭਾਵੇਂ ਅਸੀਂ ਬਾਣੀ ਪੜ੍ਹਦੇ ਹਾਂ, ਫਿਰ ਸਿਰ ਤੇ ਭਾਰ ਹੀ ਲੱਦਿਆ ਹੋਇਆ, ਜਿਵੇਂ ਖੋਤੇ ਦੇ ਉੱਤੇ ਚੰਦਨ ਵੀ ਲੱਦੀ, ਉਹਨੂੰ ਕੁਛ ਨਹੀਂ ਪਤਾ। ਕੋਈ ਸਾਡੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖ ਦੇਵੇ ਨਾ, ਔਰ ਉਸ ਗ੍ਰੰਥ ਦਾ ਸਾਨੂੰ ਗਿਆਨ ਨਹੀਂ ਹੈ। ਗੁਸਤਾਖੀ ਮਾਫ ਕਰਨਾ ਇੱਕ ਬੜਾ ਵੱਡਾ ਅੱਖਰ ਕਹਿ ਰਿਹਾ ਮੈਂ। ਫਿਰ ਕਬੀਰ ਸਾਹਿਬ ਇਹੀ ਗੱਲ ਕਹਿਣਗੇ ਜਿਹੜੀ ਪੰਡਤ ਜੀ ਨੂੰ ਕਹੀ। ਕਿਉਂ? ਕਿਉਂਕਿ ਸੱਚ ਇਹੀ ਹੈ। ਧਰਮ ਗ੍ਰੰਥ ਦਾ ਗਿਆਨ ਹੋ ਜਾਣਾ, ਧਰਮ ਗ੍ਰੰਥ ਦੇ ਮੁਤਾਬਿਕ ਉਸਨੂੰ ਪੜ੍ਹ ਕੇ ਪਰਮਾਤਮਾ ਦਾ ਸਿਮਰਨ ਕਰਨਾ, ਇਹ ਸਾਡੇ ਜੀਵਨ ਦਾ ਕਿਰਦਾਰ ਹੋਣਾ ਚਾਹੀਦਾ। ਉਹਨਾਂ ਗ੍ਰੰਥਾਂ ਦਾ ਪੜ੍ਹਨ ਦਾ ਲਾਭ ਹੀ ਇਹ ਹੈ ਜੇ ਸਾਨੂੰ ਰੱਬ ਚੇਤੇ ਆਉਂਦਾ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ, ਲੋਭ ਮੋਹ ਮਾਇਆ ਮਮਤਾ ਫੁਨ, ਉਹ ਵਿਖਿਆਨ ਕੀ ਸੇਵਾ, ਹਰਖ ਸੋਗ ਪਰਸੈ ਜੇ ਨਾਹਨ, ਸੋ ਮੂਰਤ ਹੈ ਦੇਵਾ। ਆਖਣ ਲਗੇ, ਹੈ ਸੰਤ ਜਨੋ, ਲੋਭ ਮਾਇਆ ਦਾ ਮੋਹ, ਲੋਭ ਮੋਹ ਮਾਇਆ ਮਮਤਾ ਫੁਨ। ਆਓ ਕਿ ਲੋਭ ਮਾਇਆ ਦਾ ਮੋਹ ਤੇ ਮਮਤਾ, ਮਮਤਾ ਦਾ ਅਰਥ ਹੁੰਦਾ ਆਪਣਤ। ਆਪਣਤ ਦਾ ਅਰਥ ਹੁੰਦਾ ਕਿ ਇਹ ਸਹਿ ਮੇਰੀ ਹੈ, ਇਹ ਵਸਤੂ ਮੇਰੀ, ਉਹਨੂੰ ਕਹਿੰਦੇ ਨੇ ਮਮਤਾ। ਜਿਵੇਂ ਮਹਾਰਾਜ ਕਹਿੰਦੇ, ਮਾਇਆ ਮਮਤਾ ਮੋਹਣੀ ਜਿਨਨੇ ਬਿਨ ਦੰਤਾ ਜਗ ਖਾਇਆ।
ਹੁਣ ਮਾਇਆ ਦੀ ਜਿਹੜੀ ਆਪਣਤ ਹੈ ਉਹ ਮੋਹ ਲੈਣ ਵਾਲੀ ਹੈ ਬੰਦੇ ਨੂੰ। ਜਦੋਂ ਅਸੀਂ ਕਹਿੰਦੇ ਨਾ ਵੀ ਇਹ ਸੈ ਮੇਰੀ ਹੈ, ਇਹ ਵਸਤੂ ਮੇਰੀ ਹੈ, ਸਾਡਾ ਪਿਆਰ ਪੈ ਜਾਂਦਾ ਇਸ ਦੇ ਨਾਲ। ਸਾਨੂੰ ਆਪਣੇ ਮੋਹ ਦੇ ਵਿੱਚ ਉਹ ਚੀਜ਼ ਫਸਾ ਲੈਂਦੀ ਹੈ, ਭਾਵੇਂ ਉਹ ਬੱਚੇ ਨੇ, ਪਰਿਵਾਰ ਹੈ, ਸੰਸਾਰ ਹੈ, ਰੂਪ ਹੈ, ਰੰਗ ਹੈ, ਧਨ ਹੈ, ਪਦਾਰਥ ਹੈ। ਸਾਨੂੰ ਇਹ ਚੀਜ਼ਾਂ ਆਪਣੇ ਮੋਹ 'ਚ ਫਸਾ ਲੈਂਦੀਆਂ ਅਤੇ ਇਹਨਾਂ ਦੇ ਵਿੱਚ ਮੋਹਿਤ ਹੋ ਜਾਂਦੇ ਆ ਅਤੇ ਆਪਣੇ ਸਹੀ ਮਾਰਗ ਤੋਂ ਥਿੜਕ ਜਾਂਦੇ ਹਨ। ਇਹ ਗੁਰੂ ਦੇਵ ਪਿਤਾ ਇੱਥੇ ਸਮਝਾ ਰਹੇ ਨੇ। ਕੀ ਕਹਿ ਰਹੇ ਨੇ? ਕਹਿੰਦੇ ਨੇ ਲੋਭ ਮੋਹ ਮਾਇਆ ਮਮਤਾ ਫੁਨ ਉਹ ਵਿਖਿਆਨ ਕੀ ਸੇਵਾ, ਵਿਸ਼ਿਆਂ ਦਾ ਸੇਵਨ। ਹੋਰ ਕੀ ਹੈ? ਕਹਿਣ ਲੱਗੇ ਹਰਖ ਸੋਗ ਪਰਸੈ ਜੇ ਨਾਹਨ। ਹਰਖ ਖੁਸ਼ੀ, ਸੋਗ ਗਮੀ, ਇਹਨਾਂ ਵਿੱਚੋਂ ਕੋਈ ਵੀ ਜੇ ਮਨੁੱਖ ਨੂੰ ਨਹੀਂ ਛੂੰਹਦਾ, ਭਾਵ ਕਿ ਇਹ ਜਿਹੜੀਆਂ ਚੀਜ਼ਾਂ ਨੇ ਹਰ ਇੱਕ ਮਨੁੱਖ ਨੂੰ ਛੂੰਹਦੀਆਂ ਨੇ, ਟੱਚ ਕਰਦੀਆਂ ਨੇ, ਸਪਰਸ਼ ਕਰਦੀਆਂ ਨੇ। ਇਹਨਾਂ ਤੋਂ ਕੋਈ ਵੀ ਮਨੁੱਖ ਬਚਿਆ ਨਹੀਂ ਹੈ। ਪਰ ਜੇ ਕੋਈ ਬਚ ਜਾਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ ਉਹ ਕੌਣ ਹੈ? ਕਹਿਣ ਲੱਗੇ ਸੋ ਮੂਰਤ ਹੈ ਦੇਵਾ। ਉਹ ਮਨੁੱਖ ਪਰਮਾਤਮਾ ਦਾ ਰੂਪ ਹੈ, ਉਹ ਦੇਵਤਾ ਹੈ। ਦੇਵਤਾ ਕੌਣ ਹੈ? ਜਿਸ ਦੇ ਜੀਵਨ ਵਿੱਚੋਂ ਇਹ ਚੀਜ਼ਾਂ ਪਰਸਦੀਆਂ ਨੇ ਔਰ ਉਸ ਜਿਹਦੇ ਜੀਵਨ ਵਿੱਚੋਂ ਇਹ ਸਾਰੇ ਜਿਹੜੇ ਮੋਹ ਨੇ ਇਹ ਜੀਵਨ ਚੋਂ ਛੁੱਟ ਗਏ ਨੇ, ਉਹ ਹੈ ਦੇਵਤਾ। ਹੁਣ ਗੁਸਤਾਖੀ ਮਾਫ਼ ਕਰਨਾ ਸੀ, ਦੇਵਤੇ ਉਹਨਾਂ ਨੂੰ ਬਣਾਇਆ। ਇੰਦਰ ਜਿਹੜਾ ਸੀ ਉਹ ਅਹਲਿਆ ਤੇ ਜਾ ਕੇ ਡੋਲ ਜਾਂਦਾ, ਅਸੀਂ ਉਹਨੂੰ ਫਿਰ ਵੀ ਦੇਵਤਾ ਕਹਿੰਦੇ। ਬ੍ਰਹਮਾ ਜੀ ਆਪਣੀ ਪੁੱਤਰੀ ਤੇ ਜਾ ਕੇ ਡੋਲ ਜਾਂਦੇ ਨੇ, ਅਸੀਂ ਫਿਰ ਵੀ ਉਹਨੂੰ ਦੇਵਤਾ ਕਹਿੰਦੇ ਨੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਬਹੁਤ ਉੱਚੀ ਸੋਚ ਦੇ ਮਾਲਕ ਹੈ। ਸਤਿਗੁਰ ਕਹਿੰਦੇ ਨੇ ਦੇਵਤਾ ਉਹੀ ਮਨੁੱਖ ਹੈ ਜਿਸ ਨੂੰ ਇਹ ਵਿਸ਼ੇ ਵਿਕਾਰ ਨਹੀਂ ਛੂੰਹਦੇ। ਜਿਹਨੂੰ ਛੂੰਹਦੇ ਨੇ ਉਹ ਦੇਵਤਾ ਨਹੀਂ ਹੋ ਸਕਦਾ, ਪਰਮਾਤਮਾ ਦਾ ਰੂਪ ਨਹੀਂ ਹੋ ਸਕਦਾ, ਕਿਉਂਕਿ ਪਰਮਾਤਮਾ ਨੂੰ ਇਹ ਚੀਜ਼ਾਂ ਛੂਹ ਨਹੀਂ ਸਕਦੀਆਂ, ਪਰਮਾਤਮਾ ਦੇ ਭਗਤ ਨੂੰ ਵੀ ਨਹੀਂ ਛੂੰਹਦੀਆਂ। ਭਾਵ ਕਿ ਜਿਹੜੇ ਮਨੁੱਖ ਇਹਨਾਂ ਚੀਜ਼ਾਂ ਤੋਂ ਬਚ ਗਏ, ਲੋਭ ਮਾਇਆ ਦਾ ਮੋਹ, ਆਪਣਤ ਅਤੇ ਵਿਸ਼ਿਆਂ ਦਾ ਸੇਵਨ। ਵਿਸ਼ੇ ਕੀ ਨੇ? ਸ਼ਰਾਬ ਹੈ, ਹੋਰ ਬੇਅੰਤ ਵਿਸ਼ੇ ਨੇ ਜਿਨ੍ਹਾਂ ਦਾ ਅਸੀਂ ਸੇਵਨ ਕਰਦੇ ਹਾਂ। ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ, ਤਾਂ ਸਾਡੀ ਜ਼ਿੰਦਗੀ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਨਮਸਕਾਰ ਹੈ, ਪਰ ਛੋਟੇ ਛੋਟੇ ਬੱਚੇ ਨਸ਼ੇ ਵਾਲੇ ਪਾਸੇ ਤੁਰ ਪਏ। ਕੋਈ ਸਿਗਰਟ ਪੀ ਰਿਹਾ, ਕੋਈ ਬੀੜੀ ਪੀ ਰਿਹਾ, ਕੋਈ ਗਾਂਜਾ ਪੀ ਰਿਹਾ, ਕੋਈ ਹੁੱਕਾ ਵਾਰ ਦੇ ਵਿੱਚ ਜਾ ਰਿਹਾ, ਕੋਈ ਕੁਝ ਕਰ ਰਿਹਾ, ਪਤਾ ਨਹੀਂ ਕਿਸ ਪਾਸੇ ਤੁਰੇ ਹੋਏ ਨੇ। ਇਹ ਵਿਸ਼ਿਆਂ ਦੀ ਸੇਵਾ 'ਚ ਲੋਕ ਲੱਗੇ ਹੋਏ ਨੇ। ਇਹ ਤਾਂ ਜਿਹੜਾ ਬਚ ਗਿਆ, ਗੁਰੂ ਨਾਨਕ ਦਾ ਸ਼ੁਕਰਾਨਾ ਕਰਿਆ ਕਰੋ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਆਪਣੇ ਦਰ ਦੇ ਨਾਲ ਸਾਨੂੰ ਜੋੜ ਕੇ ਰੱਖਿਆ। ਕਿਉਂਕਿ ਜਿਹੜਾ ਬਚ ਗਿਆ ਉਹ ਤੋਂ ਜ਼ਿਆਦਾ ਸੁਖੀ ਕੋਈ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਚੀਜ਼ਾਂ ਵਿੱਚੋਂ ਸਾਰਿਆਂ ਨੂੰ ਦੁਖੀ ਮਿਲੇ ਨੇ। ਤੁਸੀਂ ਵੇਖੋ ਕਿ ਕਿੱਦਾਂ ਇਹਨਾਂ ਵਿਸ਼ਿਆਂ ਦੇ ਟਿਕਾਣਾਂ ਤੇ ਇੱਕ ਦੂਜੇ ਦਾ ਕਤਲ, ਇੱਕ ਦੂਜੇ ਦੀ ਬੇਇੱਜ਼ਤੀ, ਕੀ ਕੁਛ ਹੁੰਦਾ ਹੈ, ਸਭ ਕੁਝ ਸੰਸਾਰ 'ਚ ਚੱਲਦਾ ਸਭ ਦੇ ਸਾਹਮਣੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਇਹਨਾਂ ਵਿਸ਼ਿਆਂ ਤੋਂ ਬਚ ਜਾਂਦੇ ਹਨ, ਖੁਸ਼ੀ ਗਮੀ ਇਹਨਾਂ ਸਾਰਿਆਂ ਤੋਂ ਉਪਰਾਮ ਹੋ ਜਾਂਦੇ ਹਨ। ਜਿਨ੍ਹਾਂ ਨੂੰ ਇਹ ਚੀਜ਼ਾਂ ਛੂੰਹਦੀਆਂ ਨਹੀਂ ਹਨ ਤੇ ਉਹ ਫਿਰ ਆਮ ਇਨਸਾਨ ਨਹੀਂ ਹੈ। ਗੁਰੂ ਤੇਗ ਬਹਾਦਰ ਕਹਿੰਦੇ ਉਹ ਪਰਮਾਤਮਾ ਦਾ ਰੂਪ ਹੈ ਮਨੁੱਖ, ਉਹ ਦੇਵਤਾ ਹੈ। ਤੇ ਇਹ ਚੀਜ਼ਾਂ ਸਾਨੂੰ ਨਾ ਛੋਣ, ਇਹ ਗੁਰੂ ਨਾਨਕ ਜੀ ਇੱਕ ਖਿੰਚ ਕਰ ਸਕਦੇ। ਸਾਡੇ ਉੱਤੇ ਜੇ ਕਿਰਪਾ ਕਰ ਦੇਣ ਨਾ, ਤਾਂ ਗੁਰੂ ਸਾਹਿਬ ਦੇ ਬਚਨ ਨੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਖਿੰਦੇ ਅੰਦਰ ਮਨੁੱਖ ਨੂੰ ਦੇਵਤਾ ਬਣਾ ਦਿੰਦਾ। ਗੁਰੂ ਦੇ ਦਰ ਦੀ ਇਹ ਖੂਬੀ ਹੈ। ਕੋਈ ਦੇਰੀ ਨਹੀਂ ਲੱਗਦੀ, ਦੇਵਤਾ ਬੰਦੇ ਆ। ਇੱਥੇ ਸਰਨ ਵਿੱਚ ਕੋਈ ਆ ਜਾਏ, ਸੱਜਣ ਠੱਗ ਨੂੰ ਕਈ ਸਾਲ ਨਹੀਂ ਸੀ ਲੱਗੇ, ਇੱਕ ਬਚਨ ਸੁਣਿਆ ਦੇਵਤਾ ਬਣ ਗਿਆ। ਕਲਯੁਗੀ ਪੰਡਿਤ ਨੂੰ ਕਈ ਸਾਲ ਨਹੀਂ ਲੱਗੇ, ਗੁਰੂ ਸਾਹਿਬ ਦਾ ਇੱਕ ਸ਼ਬਦ ਸੁਣਿਆ ਦੇਵਤਾ ਬਣ ਗਿਆ। ਹਮਜਾ ਗੋਂਸ ਬਲੀ ਗੰਦਾਰੀ ਕੋਡਾ ਰਾਖਸਜ। ਔਰ ਤੁਸੀਂ ਵੇਖੋ ਕਿੱਡੇ ਜਿਹੜੇ ਲੋਕ ਰਾਖਸਪਨਾ ਕਰਦੇ ਸਨ, ਵਿਸ਼ੇ ਵਿਕਾਰਾਂ 'ਚ ਖਚਿਤ ਗਲਤਾਨ ਸਨ, ਗੁਰੂ ਸਾਹਿਬ ਜੀ ਦੇ ਸਪਰਸ਼ ਛੋਹ ਦੇ ਨਾਲ, ਗੁਰੂ ਸਾਹਿਬ ਦੀ ਸੰਗਤ ਦੇ ਨਾਲ, ਗੁਰੂ ਕਾ ਸ਼ਬਦ ਸੁਣਨ ਦੇ ਨਾਲ ਉਹ ਸਾਰੇ ਦੇਵਤੇ ਹੋ ਕੇ ਪ੍ਰਗਟ ਹੋਏ। ਲੋਕ ਉਹਨਾਂ ਨੂੰ ਨਮਸਕਾਰਾ ਕਰਦੇ ਸਨ। ਜਿਨ੍ਹਾਂ ਤੋਂ ਪਹਿਲਾਂ ਲੋਕ ਨਫ਼ਰਤ ਕਰਦੇ ਸਨ, ਗੁਰੂ ਸਾਹਿਬ ਦਾ ਇੱਕ ਸ਼ਬਦ ਸੁਣਨ ਤੋਂ ਬਾਅਦ ਉਹਨਾਂ ਦੇ ਜੀਵਨ 'ਚ ਐਡੀ ਤਬਦੀਲੀ ਆ ਗਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਹੀ ਸਮਝਾਉਣਾ ਚਾਹੁੰਦੇ ਨੇ, ਦੇਵਤਾ ਹੈ ਕੌਣ ਹੈ, ਉਸ ਦੀ ਵਿਆਖਿਆ ਕਰ ਰਹੇ ਨੇ ਇੱਥੇ। ਫਿਰ ਮਹਾਰਾਜ ਕਹਿੰਦੇ ਨੇ ਅਗਲੇ ਵਚਨ, ਸਵਰਗ ਨਰਕ ਅੰਮ੍ਰਿਤ ਵਿਖ ਇਹ ਸਭ ਤੋਂ ਕੰਚਨ ਅਰ ਪੈਸਾ, ਉਸਤਤ ਨਿੰਦਾ ਇਹ ਸਭ ਜਾ ਕੇ ਲੋਭ ਮੋਹ ਫੁਨ ਤੈਸਾ। ਆਖਣ ਲੱਗੇ, ਹੇ ਸੰਤ ਜਨੋ, ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ ਸਵਰਗ ਤੇ ਨਰਕ
ਅੰਮ੍ਰਿਤ ਅਤੇ ਜ਼ਹਿਰ ਇੱਕੋ ਜਿਹੇ ਦਿਸਦੇ ਹਨ, ਜਿਹਦੇ ਵਾਸਤੇ ਸਵਰਗ, ਨਰਕ, ਅੰਮ੍ਰਿਤ ਅਤੇ ਜ਼ਹਿਰ। ਐਡਾ ਅਰਥ ਹੈ ਕਿ ਉਹ ਮਨੁੱਖ ਕਿਤਨਾ ਮਹਾਨ ਹੋ ਜਾਂਦਾ ਹੈ ਕਿ ਉਸਦੇ ਵਾਸਤੇ ਸਾਰੀਆਂ ਚੀਜ਼ਾਂ ਇੱਕ ਸਮਾਨ ਨੇ। ਇੱਕ ਗੱਲ ਯਾਦ ਰੱਖਣਾ ਕਿ ਇਹ ਪਰਮਾਤਮਾ ਨੇ ਦੋ ਚੀਜ਼ਾਂ ਪੈਦਾ ਕੀਤੀਆਂ, ਰੱਬ ਦੇ ਪਿਆਰੇ ਵਾਸਤੇ ਦੋਨੋਂ ਚੀਜ਼ਾਂ ਇੱਕ ਸਮਾਨ ਨੇ, ਕਿਉਂਕਿ ਪਰਮਾਤਮਾ ਨੇ ਜੋ ਪੈਦਾ ਕੀਤੀਆਂ। ਇੱਥੇ ਤਾਂ ਮੂਰਖ ਸਿਆਣਾ ਏਕ ਹੈ, ਵਰਤੈ ਸਭ ਕੁਝ ਤੇਰਾ ਭਾਣਾ। ਇੱਥੇ ਮੂਰਖ ਤੇ ਸਿਆਣੇ 'ਚ ਜਿਹੜਾ ਗੁਰਮੁਖ ਹੈ ਉਹ ਕੋਈ ਭੇਦ ਨਹੀਂ ਰੱਖਦਾ, ਕਹਿੰਦਾ ਵਾਹਿਗੁਰੂ ਮੂਰਖ ਵਿੱਚ ਵੀ ਤੂੰ ਬੈਠਾ, ਸਿਆਣੇ ਵਿੱਚ ਵੀ ਤੂੰ ਬੈਠਾ। ਜੇ ਅਸੀਂ ਗੁਰਬਾਣੀ ਦੀ ਮੰਨੀਏ ਤੇ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦੇ, ਨਾ ਮੂਰਖ ਨਾਲ ਕਰ ਸਕਦੇ ਹਾਂ, ਨਾ ਸਿਆਣੇ ਨੂੰ ਜ਼ਿਆਦਾ ਆਪਣਾ ਕਲੋਜ਼ ਸਮਝ ਸਕਦੇ ਹਾਂ, ਕਿਉਂਕਿ ਇਹ ਤੇ ਵਾਹਿਗੁਰੂ ਦਾ ਭਾਣਾ ਵਰਤ ਰਿਹਾ। ਅਸੀਂ ਥੋੜ੍ਹੀ ਕਿਸੇ ਨੂੰ ਮੂਰਖ ਕੀਤਾ ਜਾਂ ਆਪਣੇ ਉਦਮ ਤੋਂ ਕੋਈ ਸਿਆਣਾ ਨਹੀਂ ਬਣ ਜਾਂਦਾ। ਇਹ ਤੇ ਵਾਹਿਗੁਰੂ ਦੀ ਮਿਹਰ ਹੋਵੇ ਤਾਂ ਬੰਦਾ ਸਿਆਣਾ ਬਣ ਸਕਦਾ, ਸਮਝਦਾਰ ਬਣ ਸਕਦਾ। ਇਸ ਕਰਕੇ ਗੁਰਦੇਵ ਪਿਤਾ ਆਖ ਰਹੇ ਨੇ ਕਿ ਹੇ ਸੰਤ ਜਨੋ, ਜਿਹੜਾ ਮਨੁੱਖ ਸਵਰਗ, ਨਰਕ, ਅੰਮ੍ਰਿਤ, ਜ਼ਹਿਰ ਇੱਕੋ ਜਿਹੇ ਜਾਪਦੇ, ਜਿਸ ਨੂੰ ਸੋਨਾ ਤਾਂਬਾ ਇੱਕ ਸਮਾਨ ਪ੍ਰਤੀਤ ਹੁੰਦੇ ਨੇ, ਜਿਸ ਦੇ ਹਿਰਦੇ ਵਿੱਚ ਉਸਤਤ ਤੇ ਨਿੰਦਾ ਇੱਕੋ ਜਿਹੇ ਹਨ, ਕੋਈ ਵੀ ਉਸਦੀ ਵਡਿਆਈ ਕਰੇ, ਕੋਈ ਉਸਦੀ ਨਿੰਦਾ ਕਰੇ, ਉਸਨੂੰ ਇੱਕ ਸਮਾਨ ਸਮਝਦੇ ਹਨ, ਜਿਸ ਦੇ ਹਿਰਦੇ ਵਿੱਚ ਲੋਭ ਪ੍ਰਭਾਵ ਨਹੀਂ ਪਾ ਸਕਦਾ, ਮੋਹ ਪ੍ਰਭਾਵ ਨਹੀਂ ਪਾ ਸਕਦਾ। ਮਹਾਰਾਜ ਕਹਿੰਦੇ ਨੇ ਉਸ ਮਨੁੱਖ ਨੂੰ ਪਰਮਾਤਮਾ ਦਾ ਰੂਪ ਸਮਝੋ, ਉਸ ਨੂੰ ਦੇਵਤਾ ਸਮਝੋ। ਇਹ ਵਿਆਖਿਆ ਕਰਦੇ ਹੋਏ ਸਮਝਾ ਰਹੇ ਨੇ। ਅਗਲੇ ਜਿਹੜੀ ਦੋ ਪੰਕਤੀਆਂ ਨੇ ਇਹਦੇ ਵਿੱਚ ਵਿਆਖਿਆ ਕੀਤੀ ਸਤਿਗੁਰ ਨੇ। ਫਿਰ ਆਖਦੇ ਨੇ ਦੁੱਖ ਸੁਖ ਇਹ ਬਾਧੇ ਜੇ ਨਾਹਨ, ਤੇ ਤੁਮ ਜਾਨੋ ਗਿਆਨੀ। ਅਸੀਂ ਆਮ ਕਹਿ ਦਿੰਦੇ ਹਾਂ ਵੀ ਗੁਰਦੁਆਰੇ ਵਾਲਿਆਂ ਨੂੰ ਵੀ ਇਹ ਗਿਆਨੀ ਜੀ ਨੇ। ਸੁਣ ਲਓ ਗਿਆਨੀ ਕੌਣ ਹੈ। ਸਤਿਗੁਰ ਆਖਦੇ ਨੇ ਕਿ ਹੇ ਸੰਤ ਜਨੋ, ਉਸ ਮਨੁੱਖ ਨੂੰ ਗਿਆਨੀ ਸਮਝੋ। ਗਿਆਨੀ ਦਾ ਅਰਥ ਹੁੰਦਾ ਹੈ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਵਾਲਾ, ਪਰਮਾਤਮਾ ਦਾ ਗਿਆਨ ਰੱਖਣ ਵਾਲਾ। ਗਿਆਨੀ ਕੌਣ ਹੈ? ਜਿਹੜਾ ਪਰਮਾਤਮਾ ਦਾ ਗਿਆਨ ਰੱਖਦਾ ਹੈ, ਜਿਹਦੀ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਹੈ, ਉਹ ਗਿਆਨੀ ਹੈ। ਜਿਹਦੀ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਹੈ ਤਾਂ ਮਹਾਰਾਜ ਕਹਿੰਦੇ ਨੇ ਜਿਸ ਨੂੰ ਨਾ ਕੋਈ ਦੁੱਖ ਤੇ ਨਾ ਕੋਈ ਸੁੱਖ ਆਪਣੇ ਪ੍ਰਭਾਵ ਵਿੱਚ ਲੈ ਸਕੇ। ਦੁੱਖ ਤੇ ਸੁੱਖ ਸਾਡੇ ਉੱਤੇ ਪ੍ਰਭਾਵ ਪਾਉਂਦੇ ਨੇ। ਦੁੱਖ ਆਉਂਦਾ ਅਸੀਂ ਦੁਖੀ ਹੋ ਜਾਂਦੇ ਹਾਂ, ਦਾ ਅਰਥ ਹੈ ਕਿ ਦੁੱਖ ਦੇ ਪ੍ਰਭਾਵ ਥੱਲੇ ਆ ਗਏ ਸੀ। ਸੁੱਖ ਆਉਂਦਾ ਸੀ, ਸੁੱਖ ਦੇ ਪ੍ਰਭਾਵ ਥੱਲੇ ਆ ਜਾਂਦੇ ਹਾਂ। ਸੁੱਖ ਸਾਨੂੰ ਗਲਤ ਪਾਸੇ ਲੈ ਜਾਂਦਾ। ਜਦੋਂ ਸਾਡੇ ਘਰ ਸੁੱਖ ਆਉਂਦੇ ਨੇ ਨਾ, ਅਸੀਂ ਦੂਜੇ ਪਾਸੇ ਚਲੇ ਜਾਂਦੇ ਹਾਂ। ਦੁੱਖ ਹੁੰਦਾ ਹੈ ਅਸੀਂ ਨਿਢਾਲ ਹੋ ਜਾਂਦੇ ਹਾਂ, ਸੁੱਖ ਹੁੰਦਾ ਹੈ ਤੇ ਅਸੀਂ ਲਲਕਾਰੇ ਮਾਰਨੇ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਹੀ ਹੈ ਨਾ ਜੀਵਨ। ਮਹਾਰਾਜ ਕਹਿੰਦੇ ਗਿਆਨੀ ਉਹ ਮਨੁੱਖ ਹੈ, ਉਸ ਮਨੁੱਖ ਨੂੰ ਗਿਆਨੀ ਕਹਿ ਸਕਦੇ ਹਾਂ। ਤੇ ਤੁਮ ਜਾਨੋ ਗਿਆਨੀ। ਗਿਆਨੀ ਦਾ ਅਰਥ ਪਾਓ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਕਿ ਜਿਸ ਨੂੰ ਨਾ ਦੁੱਖ ਵਿਆਪੇ ਨਾ ਸੁੱਖ ਵਿਆਪੇ, ਪਾਓ ਕਿ ਨਾ ਦੁੱਖ ਪ੍ਰਭਾਵ ਪਾਵੇ ਨਾ ਸੁੱਖ ਪ੍ਰਭਾਵ ਪਾਵੇ। ਉਸ ਨੂੰ ਸਮਝੋ ਵੀ ਉਹ ਗਿਆਨੀ ਹੈ। ਜਿਹਨੂੰ ਦੁੱਖ ਤੇ ਸੁੱਖ ਪ੍ਰਭਾਵ ਪਾ ਰਹੇ ਨੇ, ਸਾਧੂ ਕਹਿੰਦੇ ਅਜੇ ਉਹ ਗਿਆਨੀ ਨਹੀਂ ਹੈ। ਲਾਸਟ ਪੰਕਤੀ ਵਿੱਚ ਗੁਰਦੇਵ ਨੇ ਕਿਹਾ ਨਾਨਕ ਮੁਕਤ ਤਾਹੇ ਤੁਮ ਮਾਨੋ, ਏ ਵਿਦ ਕੋ ਜੋ ਪ੍ਰਾਨੀ। ਹੇ ਨਾਨਕ, ਸਤਿਗੁਰ ਆਖ ਰਹੇ ਨੇ, ਆਖ ਹੇ ਸੰਤ ਜਨੋ, ਲੋਭ ਮੋਹ ਦੁੱਖ ਸੁੱਖ ਆਦਿਕ ਤੋਂ ਖਲਾਸੀ ਉਸ ਮਨੁੱਖ ਨੂੰ ਮਿਲੀ ਮੰਨੋ, ਜਿਹੜੇ ਮਨੁੱਖ ਇਸ ਕਿਸਮ ਦੀ ਜੀਵਨ ਜੁਗਤ ਵਾਲੇ ਹਨ। ਨਾਨਕ ਮੁਕਤ ਤਾਹੇ ਤੁਮ ਮਾਨੋ। ਮੁਕਤ ਕਿਸ ਤੋਂ ਹੋਣਾ ਆਪਾਂ? ਸਰੀਰ ਤੋਂ। ਇਹ ਤਾਂ ਬੜਾ ਕੀਮਤੀ ਹੈ। ਕਈ ਵਾਰੀ ਹੈਰਾਨ ਹੋ ਜਾਈਦਾ, ਬੰਦੇ ਕਹਿੰਦੇ ਨੇ ਕਿ ਰੱਬ ਸਾਨੂੰ ਮੁਕਤੀ ਦੇ ਦੇਵੇ। ਉਹਨਾਂ ਨੂੰ ਪੁੱਛਿਓ ਮੁਕਤੀ ਕੀ? ਕਹਿੰਦੇ ਮੌਤ ਹੀ ਆ ਜਾਏ ਪਰੇ। ਤੇ ਕੀ ਸਰੀਰ ਦੀ ਮੌਤ ਹੋ ਗਈ ਮੁਕਤੀ ਹੋ ਜਾਏਗੀ? ਮੁਕਤੀ ਤਾਂ ਹੈ ਦੁੱਖ ਸੁੱਖ ਖੁਸ਼ੀ ਗਮੀ ਚਿੰਤਾ ਝੋਰਿਆਂ ਤੋਂ ਮੁਕਤ ਹੋਣਾ। ਤੇ ਅਸੀਂ ਕਹਿੰਦੇ ਵੀ ਸਰੀਰ ਛੁੱਟ ਜਾਏ ਬਸ ਮੁਕਤ ਹੋ ਜਾਵਾਂਗੇ। ਉਹ ਤਾਂ ਪਤਾ ਨਹੀਂ ਕਿਤਨੇ ਜਨਮ ਲਵਾਂਗੇ ਅੱਗੇ। ਜਿਨ੍ਹਾਂ ਕਾਰਨਾਂ ਕਰਕੇ ਇੱਥੋਂ ਗਏ ਹਾਂ, ਜਿਹੜੇ ਜੰਜਾਲ ਇੱਥੇ ਲੈ ਕੇ ਔਰ ਜਿਹੜੀ ਵਿਚਾਰ ਲੈ ਕੇ ਗਏ ਹਾਂ, ਕਿ ਉਹ ਅੱਗੇ ਜਨਮ ਨਹੀਂ ਕਰਾਏਗੀ। ਗੁਰਬਾਣੀ ਤਾਂ ਕਹਿੰਦੀ ਕਿ ਵਾਸਨਾ ਬੱਧਾ ਆਵੇ ਜਾਏ। ਇਹ ਵਾਸਨਾ ਦਾ ਬੱਧਾ ਜੀਵ ਆਉਂਦਾ ਹੈ, ਵਾਸਨਾ ਦਾ ਬੱਧਾ ਜੀਵ ਸੰਸਾਰ ਤੋਂ ਚਲਾ ਜਾਂਦਾ ਹੈ। ਇਸ ਕਰਕੇ ਪਿਆਰ ਵਾਲਿਓ, ਇਹ ਮੁਕਤੀ ਨਹੀਂ ਹੈ ਮਰ ਜਾਣਾ। ਮੁਕਤੀ ਹੈ ਜਿਉਂਦੇ ਜੀ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਹੈ ਪਰਮਾਤਮਾ, ਮਰਨ ਤੋਂ ਬਾਅਦ ਮੁਕਤੀ ਦਿੱਤੀ ਨਾ, ਮੈਂ ਵੇਖਣੀ ਕੋਈ ਨਹੀਂ, ਮੈਨੂੰ ਜਿਉਂਦੇ ਜੀ ਮੁਕਤੀ ਚਾਹੀਦੀ ਹੈ। ਭਗਤ ਬੇਣੀ ਜੀ ਕਹਿੰਦੇ ਨੇ, ਕਹਿ ਬੇਣੀ ਸੁਨੋ ਰੇ ਸੰਤੋ,
ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਆਪਣੀ ਬਾਣੀ 'ਚ ਕਹਿੰਦੇ ਨੇ, ਹੇ ਸੰਤ ਜਨੋ ਸੁਣੋ, ਮਰਨ ਤੋਂ ਬਾਅਦ ਮੁਕਤੀ ਕਿਸ ਨੇ ਪ੍ਰਾਪਤ ਕੀਤੀ? ਦੱਸੋ ਤਾਂ ਸਹੀ, ਕੋਈ ਹੋਇਆ ਮੁਕਤ? ਜਿਹੜਾ ਜਿਉਂਦੇ ਜੀ ਮੁਕਤ ਨਹੀਂ, ਗੁਸਤਾਖੀ ਮਾਫ, ਮਰਨ ਤੋਂ ਬਾਅਦ ਵੀ ਮੁਕਤ ਨਹੀਂ ਹੋਏਗਾ। ਜਿਹਦੇ ਜਿੰਦੇ ਜੀ ਖਲਾਸੀ ਨਹੀਂ ਹੋਈ ਇਹਨਾਂ ਦੁੱਖਾਂ ਸੁੱਖਾਂ ਵਿਕਾਰਾਂ ਤੋਂ, ਮਰਨ ਤੋਂ ਬਾਅਦ ਵੀ ਨਹੀਂ ਹੋ ਸਕੇਗੀ। ਹਾਂ, ਜਿਹੜਾ ਜਿਉਂਦੇ ਜੀ ਇਹਨਾਂ ਸਾਰਿਆਂ ਤੋਂ ਉਪਰਾਮ ਹੋ ਗਿਆ, ਉਹ ਮਰਨ ਤੋਂ ਬਾਅਦ ਵੀ ਉਪਰਾਮ ਹੈ। ਇਹ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ, ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਵਿਦ ਕੋ ਜੋ ਪ੍ਰਾਣੀ। ਇਹ ਵਿਦ ਦਾ ਅਰਥ ਹੈ ਜਿਹੜਾ ਮਨੁੱਖ ਇਸ ਕਿਸਮ ਦੀ ਜੀਵਨ ਜੁਗਤ ਵਾਲਾ ਹੈ, ਇਸ ਢੰਗ ਨਾਲ ਜ਼ਿੰਦਗੀ ਜੀਣ ਵਾਲਾ ਹੈ, ਸਮਝ ਲਓ ਕਿ ਉਹ ਮਨੁੱਖ ਮੁਕਤ ਹੋ ਗਿਆ ਹੈ। ਆਓ ਕਿ ਇਸ ਤਰ੍ਹਾਂ ਦੀ ਜੀਵਨ ਜੁਗਤ ਬਣ ਜਾਏਗੀ। ਦੁੱਖ ਸੁੱਖ ਜਦੋਂ ਪਰਸੇ ਨਾ, ਜਦੋਂ ਸੰਸਾਰ ਦੀ ਉਸਤਤ ਨਿੰਦਾ ਇਹ ਸਾਡੇ ਉੱਤੇ ਪ੍ਰਭਾਵ ਨਾ ਪਾਉਣ, ਸਮਝ ਲਓ ਉਸ ਵੇਲੇ ਅਸੀਂ ਇੱਥੋਂ ਮੁਕਤ ਹੋ ਜਾਵਾਂਗੇ। ਔਰ ਇਹ ਜੀਵਨ ਜੁਗਤ ਜੇ ਸਾਨੂੰ ਆ ਗਈ, ਫਿਰ ਪਰਮਾਤਮਾ ਵਿੱਚ ਅਭੇਦ ਹੋਇਆ ਸਮਝੋ। ਜੇ ਜੀਵਨ ਜੁਗਤ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ, ਫਿਰ ਅਸੀਂ ਮੁਕਤ ਵੀ ਨਹੀਂ ਅਤੇ ਪਰਮਾਤਮਾ ਦੇ ਵਿੱਚ ਅਭੇਦ ਵੀ ਨਹੀਂ। ਇਸ ਕਰਕੇ ਇੱਕ ਕੰਮ ਕਰੋ, ਪਰਮਾਤਮਾ ਦੀ ਸ਼ਰਨ ਪਏ ਰਹੋ, ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੋ। ਇੱਕ ਦਿਨ ਜ਼ਰੂਰ ਇਹਨਾਂ ਵਿਕਾਰਾਂ ਤੋਂ ਖਲਾਸੀ ਹੋ ਜਾਏਗੀ ਤੇ ਤੁਹਾਡਾ ਜੀਵਨ ਮੁਕਤ ਹੋ ਜਾਏਗਾ। ਇਹ ਸਾਰਾਂਸ਼ ਹੈ ਸਾਰੇ ਸ਼ਬਦ ਦਾ। ਇਤਨੀਆਂ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।